ਗਾਜੀਪੁਰ ਬਾਰਡਰ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ। ਪੁਲਿਸ ਵੱਲੋਂ ਕਿਸਾਨਾਂ ਨੂੰ ਗਾਜੀਪੁਰ ਬਾਰਡਰ ਤੋਂ ਖਦੇੜਨ ਦੀ ਪੂਰੀ ਤਿਆਰੀ। ਐਮਪੀ ਡਾਕਟਰ ਅਮਰ ਸਿੰਘ ਨੇ ਲਾਲ ਕਿਲੇ 'ਚ ਹੋਈ ਘਟਨਾ ਦੀ ਕੀਤੀ ਨਿੰਦਾ। ਕਿਹਾ ਕੱਲ ਪਾਰਲੀਮੈਂਟ 'ਚ ਚੁੱਕਿਆ ਜਾਵੇਗਾ ਮੁੱਦਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ। ਪਿਛਲੇ 70 ਸਾਲਾਂ ਤੋਂ ਹਰ ਰਾਜਨੀਤਿਕ ਪਾਰਟੀ ਕਰ ਰਹੀ ਹੈ ਕਿਸਾਨਾਂ ਦਾ ਸ਼ੋਸ਼ਣ। ਡੈਮੋਕ੍ਰੈਟਿਕ ਪਾਰਟੀ ਵੱਲੋਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਵਿਰੋਧ। ਕਿਹਾ ਇਹਨਾਂ ਦੀ ਵਜ੍ਹਾ ਕਾਰਨ ਹੋਇਆ ਮਾਹੌਲ ਖਰਾਬ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਵਿੱਚ ਤੁਹਾਡਾ ਸਵਾਗਤ ਹੈ। ਨਿਊਜ਼ ਰੂਮ ਤੋਂ ਮੈਂ ਭਾਵਨਾ। ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਗਾਜੀਪੁਰ ਬਾਰਡਰ ਦੇ ਉੱਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ ਤੇ ਕੁਝ ਹੀ ਪਲਾਂ ਦੇ ਵਿੱਚ ਦਿੱਲੀ ਬਾਰਡਰਾਂ ਤੇ ਡਟੇ ਗਾਜੀਪੁਰ ਬਾਰਡਰਾਂ ਤੇ ਡਟੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਖਦੇੜਨ ਦੀ ਪੂਰੀ ਤਿਆਰੀ ਕੀਤੀ ਗਈ ਹੈ। ਗਾਜੀਪੁਰ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਧਰਨਾ ਲਾਇਆ ਹੋਇਆ ਸੀ ਉੱਥੇ यूपी पुलिस ने भारी संख्या में मार्च पास्ट शुरू करता है। कुछ ही देर ਦੇ ਵਿੱਚ ਮੰਨਿਆ ਜਾ ਰਿਹਾ ਕਿ ਕਾਰਵਾਈ ਸ਼ੁਰੂ ਹੋਏਗੀ। ਰੈਪਿਡ ਐਕਸ਼ਨ ਫੋਰਸ ਤੇ ਇਹਦੇ ਨਾਲ यूपी ਪੁਲਿਸ ਦੇ ਜਵਾਨ ਇਹਦੇ ਵਿੱਚ ਨੇ ਤੇ ਸਾਹਮਣੇ ਜਿਹੜੇ ਟੈਂਟ ਜਿਹੜੇ ਲੱਗੇ ਹੋਏ ਨੇ ਕਰੀਬ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਟੈਂਟ ਸਾਰੇ ਜਿਹੜੇ ਲੱਗੇ ਹੋਏ ਨੇ। ਅੱਗੇ ਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਦਿਖਾਣਾ। ਇਹ ਦੇਖ ਸਕਦੇ ਮਹਿਲਾ ਪੁਲਿਸ ਤੇ ਨਾਲ ਸਾਰੇ ਲਾਠੀਆਂ ਦੇ ਨਾਲ ਹਥਿਆਰਾਂ ਦੇ ਨਾਲ ਲੈਸ ਹੋ ਕੇ ਪੀਐਸਸੀ ਦੇ ਜਿਹੜੇ ਨੇ ਯੂਪੀ ਪੁਲਿਸ ਦੇ ਜਵਾਨ ਤੇ ਇਹਦੇ ਨਾਲ ਰੈਪਿਡ ਐਕਸ਼ਨ ਫੋਰਸ ਦੇ ਨੀਲੀਆਂ ਵਰਦੀਆਂ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਨੇ ਇਹ ਮਾਰਚ ਪਾਸਟ ਇਹਨਾਂ ਸ਼ੁਰੂ ਕਰਤਾ ਤੇ ਪਿੱਛੇ ਦੂਜੀ ਲੇਨ ਤੇ ਦੇਖ ਸਕਦੇ ਕਿ ਇਹ ਜਿਹੜੇ ਟੈਂਟ ਨਜ਼ਰ ਆ ਰਹੇ ਨੇ ਇਹ ਇਹਨਾਂ ਦੇ ਵਿੱਚ ਕਿਸਾਨ ਪਿਛਲੇ 60 ਦਿਨਾਂ ਤੋਂ ਇੱਥੇ ਧਰਨੇ ਤੇ ਜਿਹੜੇ ਬੈਠੇ ਹੋਏ ਨੇ। ਮੰਨਿਆ ਜਾ ਰਿਹਾ ਕੁਛ ਹੀ ਦੇਰ ਦੇ ਵਿੱਚ ਜਿਹੜੀ ਜੀ ਹੈ ਇੱਥੇ ਸ਼ੁਰੂ ਕੀਤਾ ਜਾਏਗਾ ਤੇ ਕੁਛ ਹੀ ਦੇਰ ਦੇ ਵਿੱਚ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜਾ ਸਕਦਾ ਹੈ ਤੇ ਮਾਰਚ ਪਾਸਟ ਜਿਹੜਾ ਲਗਾਤਾਰ ਕਿਸਾਨਾਂ ਵੱਲੋਂ ਇੱਥੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਤੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਪਲ ਪਲ ਦੀ ਅਪਡੇਟ ਤੁਹਾਨੂੰ ਦੈਨਿਕ ਸਵੇਰਾ ਦਿੰਦੇ ਰਹੇਗੇ। ਗਾਜੀਪੁਰ ਬਾਰਡਰ ਤੋਂ ਕੈਮਰਾਮੈਨ ਲਕਸ਼ਣ ਨੀਤੀਵਾਨ, ਦੈਨਿਕ ਸਵੇਰਾ। 26 ਜਨਵਰੀ ਤੇ ਲਾਲ ਕਿਲੇ 'ਚ ਹੋਈ ਹਿੰਸਾ ਤੇ ਰਾਜਨੀਤੀ ਗਰਮਾਈ ਹੋਈ ਹੈ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਐਮਪੀ ਡਾਕਟਰ ਅਮਰ ਸਿੰਘ ਨੇ ਲਾਲ ਕਿਲੇ ਤੇ ਹੋਈ ਹਿੰਸਾ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਰੋਪੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤੇ ਇਹ ਮੁੱਦਾ ਪਾਰਲੀਮੈਂਟ ਵਿੱਚ ਵੀ ਜ਼ਰੂਰ ਚੁੱਕਿਆ ਜਾਵੇਗਾ। ਜੋ ਵੀ ਜਿਨ੍ਹਾਂ ਲੋਕਾਂ ਨੇ ਵੀ ਕਾਨੂੰਨ ਤੋੜਿਆ ਉਹ ਕਿਸਾਨ ਜਥੇਬੰਦੀਆਂ ਵੀ ਕਹਿ ਰਹੇ ਆ, ਪੋਲੀਟੀਕਲ ਪਾਰਟੀਆਂ ਵੀ ਕਹਿ ਰਹੇ ਆ ਔਰ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ। ਉਸ ਗੱਲ 'ਚ ਮੈਂ ਬਹੁਤ ਸਪਸ਼ਟ ਹੈਗਾ ਕਿਉਂਕਿ ਉਹ ਬਣਦਾ ਨਹੀਂ ਸੀ। ਦੂਸਰੀ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ ਕਿ ਕੁਛ ਲੋਕ ਵਾਪਸ ਚਲੇ ਗਏ ਆ, ਮੇਰਾ ਜਿੱਥੋਂ ਤੱਕ ਸਮਝ ਹੈਗੀ ਆ ਇਹ ਮੇਰਾ ਖਿਆਲ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਸਿਰਫ 26 ਜਨਵਰੀ ਦੇ ਮਾਰਚ ਲਈ ਆਏ ਹੋਏ ਸੀ। ਉਹ ਆਪਣਾ ਮੇਰਾ ਖਿਆਲ ਉਸ ਤਰ੍ਹਾਂ ਦਾ ਪ੍ਰਬੰਧ ਕਰਕੇ ਨਹੀਂ ਆਏ ਹੋਣਗੇ। ਉਸ ਤਰ੍ਹਾਂ ਦੇ ਕੁਝ ਲੋਕ ਜ਼ਰੂਰ ਗਏ ਹੋਣਗੇ ਪਰ ਜਿੱਥੋਂ ਤੱਕ ਕਿਸਾਨ ਐਜੀਟੇਸ਼ਨ ਹੈਗੀ ਆ, ਕਿਸਾਨ ਜਥੇਬੰਦੀਆਂ ਉਹ ਕੱਲ੍ਹ ਵੀ ਔਰ ਪਰਸੋਂ ਵੀ ਮੇਰੇ ਖਿਆਲ ਜਿਸ ਤਰ੍ਹਾਂ ਦਾ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਆ ਔਰ ਬਿਆਨ ਦਿੱਤੇ ਆ ਉਹ ਇਹਨੂੰ ਜਾਰੀ ਰੱਖਣਾ ਚਾਹੁੰਦੇ ਆ ਔਰ ਉਹਨਾਂ ਨੇ ਆਪ ਵੀ ਇਹਦਾ ਵਿਰੋਧ ਕੀਤਾ ਹੈਗਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਆ ਔਰ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਨਾ ਚਾਹੀਦਾ। ਉਹ ਬਲਕਿ ਇੱਕ ਦੋ ਨਾਂ ਲੈ ਰਹੇ ਹੈਗੇ ਆ। ਇੱਕ ਤਾਂ ਉਹ ਦੀਪ ਸਿੱਧੂ ਦਾ ਨਾਂ ਲੈ ਰਹੇ ਆ ਬਾਰ-ਬਾਰ ਕਿ ਉਹ ਜਿਹੜਾ ਸੰਨੀ ਦਿਓਲ ਬੀਜੇਪੀ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਹੋਮ ਮਿਨਿਸਟਰ ਸਾਹਿਬ ਨਾਲ ਫੋਟੋਆਂ ਖਿਚਾਉਂਦਾ ਰਿਹਾ, ਉਹਨੇ ਹੀਰੋ ਬਣਨ ਕਰਕੇ ਸਾਰਾ ਕੰਮ ਖਰਾਬ ਕੀਤਾ। ਇੱਕ ਦੋ ਹੋਰ ਲੋਕਾਂ ਦੇ ਵੀ ਨਾਂ ਆਏ, ਇੱਕ ਜਥੇਬੰਦੀ ਦਾ ਨਾਂ ਆਇਆ ਤੇ ਕਿਸਾਨ ਜਥੇਬੰਦੀਆਂ ਨੇ ਤਾਂ ਕਿਹਾ ਹੈਗਾ ਕਿ ਇਹ ਜਥੇਬੰਦੀ ਕਦੇ ਵੀ ਨਹੀਂ ਸੀ ਚੱਲਦੀ ਔਰ ਉਹਨਾਂ ਨੇ ਕਿਹਾ ਕਿ ਅਸੀਂ 25 ਜਨਵਰੀ ਨੂੰ 24 ਜਨਵਰੀ ਨੂੰ ਦਿੱਲੀ ਪੁਲਿਸ ਨੂੰ ਕਿਹਾ ਕਿ ਇਹ ਜਥੇਬੰਦੀ ਉਹ ਰੂਟ ਤੋਂ ਬਾਹਰ ਜਾਣਾ ਚਾਹੁੰਦੀ ਆ, ਤੁਸੀਂ ਆਪ ਗੱਲ ਕਰ ਲਓ ਜਾਂ ਕੋਈ ਕਾਰਵਾਈ ਕਰ ਲਓ। ਇਹੋ ਜਿਹੀ ਹਾਲਤ 'ਚ ਦਿੱਲੀ ਪੁਲਿਸ ਦੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਜਿਹੜੇ ਲੋਕ ਕੋਈ ਰੂਟ ਤੋਂ ਬਾਹਰ ਜਾ ਰਹੇ ਸੀ ਉਹਨਾਂ ਨੂੰ ਰੋਕਦੇ, ਕਾਰਵਾਈ ਕਰਦੇ। ਉਹ ਲੋਕ ਕਿਵੇਂ ਪਹੁੰਚ ਗਏ ਆਪਣਾ ਲਾਲ ਕਿਲਾ ਤੱਕ ਔਰ ਸਭ ਜਗ੍ਹਾ ਸਭ ਕੁਝ ਹੁੰਦਾ ਰਿਹਾ ਔਰ ਇਹ ਦਿੱਲੀ ਪੁਲਿਸ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਮੂਕ ਦਰਸ਼ਨ ਬਣ ਕੇ ਖੜੀ ਰਹੀ ਤੇ ਇਸ ਕਰਕੇ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਔਰ ਜਿਨ੍ਹਾਂ ਲੋਕਾਂ ਨੇ ਕਾਨੂੰਨ ਤੋੜਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਬਹੁਤ ਮੁੱਦੇ ਦਾ ਹੁਣ ਕੋਈ ਅੰਤ ਹੋਣਾ ਚਾਹੀਦਾ। ਮੈਂ ਤਾਂ ਪਾਰਲੀਮੈਂਟ ਸੈਸ਼ਨ ਸਾਡਾ ਕੱਲ੍ਹ ਸ਼ੁਰੂ ਹੋ ਰਿਹਾ, ਇਸ ਮੁੱਦੇ ਨੂੰ ਬਹੁਤ ਜ਼ੋਰ ਸ਼ੋਰ ਨਾਲ ਚੁੱਕਾਂਗੇ ਕਿ ਸਾਹਿਬ ਕੇਂਦਰ ਸਰਕਾਰ ਕਿਉਂ ਨਹੀਂ ਇਸ ਮੁੱਦੇ ਦਾ ਹੱਲ ਕਰ ਰਹੀ। ਕੇਂਦਰ ਦੇ ਇਹ ਤਿੰਨੋਂ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਨੂੰ ਪਸੰਦ ਨਹੀਂ ਹੈ ਵਾਪਸ ਲੈਣੇ ਚਾਹੀਦੇ ਆ।
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਹਰ ਰਾਜਨੀਤਿਕ ਪਾਰਟੀ ਕਿਸਾਨਾਂ ਦਾ ਸ਼ੋਸ਼ਣ ਕਰਦੀ ਆ ਰਹੀ ਹੈ ਤਾਂ ਪਿਛਲੇ 25 ਸਾਲਾਂ 'ਚ ਲਗਭਗ 3.5 ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਪਰ ਕਿਸੇ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਤੇ ਜੇਕਰ ਅੱਜ ਵੀ ਕਿਸਾਨ ਸੜਕਾਂ ਤੇ ਨਾ ਉਤਰਿਆ ਤਾਂ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ नहीं हो सकता। आजकल हमारे देश का किसान बहुत दुखी है। 70 साल से सभी पार्टियों ने मिलकर किसानों को धोखा दिया। कभी कहते थे तुम्हारा लोन माफ करेंगे, किसी ने लोन माफ नहीं किया। कभी कहते थे तुम्हारे बच्चों को नौकरी देंगे, किसी ने नौकरी नहीं दी। पिछले 25 साल में बताते हैं 3.5 लाख किसान आत्महत्या कर चुके हैं देश के अंदर। किसी ने किसानों की सुध नहीं ली। और अब ये जो तीनों बिल आए हैं, ये तीनों बिल एक तरह से किसानों से उनकी खेती छीन के इन 2-4 पूंजीपतियों को सौंप देंगे। तो अब किसान के लिए अस्तित्व का सवाल हो गया कि अब अगर सड़क पे नहीं उतरेगा तो किसान ही नहीं बचेगी, और अगर किसान ही नहीं बचेगी तो बेचारा किसान जाएगा कहां, वो अपने परिवार को कैसे पालेगा। मैं कई बार सोचता हूं कि इतनी ठंड के अंदर किसान कैसे बैठे हैं। वो इसीलिए बैठे हैं क्योंकि अगर नहीं बैठेंगे तो फिर कुछ बचेगा ही नहीं उनका। ਦਿੱਲੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੂੰ ਵਰਗਲਾਉਣ ਦੇ ਆਰੋਪ ਲੱਗੇ ਨੇ, ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਦਾ ਵਿਰੋਧ ਕੀਤਾ ਗਿਆ ਹੈ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਲੋਕ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਅਸੀਂ ਉਹਨਾਂ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਇਸ ਤਰੀਕੇ ਨਾਲ ਹੀਰੋ ਨਹੀਂ ਬਣ ਪਾਓਗੇ, ਇਸ ਤਰੀਕੇ ਨਾਲ ਤੁਹਾਡੇ ਪੁੱਤਰੇ ਸਾੜੇ ਜਾਣਗੇ ਜਿਹੜਾ ਤੁਸੀਂ ਕਾਰਾ ਕਰਕੇ ਆਏ ਹੋ ਦਿੱਲੀ ਦੇ ਵਿੱਚ। ਸਾਡੇ ਮਾਤਾਵਾਂ, ਸਾਡੀਆਂ ਭੈਣਾਂ, ਸਾਡੀ ਫੈਮਿਲੀਜ਼, ਬਜ਼ੁਰਗ ਉੱਥੇ ਬੈਠੇ ਨੇ ਕਈ ਮਹੀਨਿਆਂ ਤੋਂ, ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ। ਉਹਨਾਂ ਨੇ ਤੁਹਾਨੂੰ ਰੂਟ ਦਿੱਤਾ, ਤੁਸੀਂ ਉਹ ਰੂਟ ਤੇ ਜਾ ਕੇ ਆਪਣਾ ਜਿਹੜਾ ਫੈਸਲਾ ਪੂਰਾ ਕਾਫਲੇ ਨਾਲ ਜਾਣਾ ਸੀਗਾ, ਤੁਸੀਂ ਇੱਧਰ ਨੂੰ ਕਿਉਂ ਆਏ? ਤੁਸੀਂ ਉਹ ਢਾਲ ਲਾਈਏ, ਪੰਜਾਬ ਦੀ ਸੈਂਟੀਮੈਂਟ ਸਟਾਰਟ ਹੋਈਆਂ, ਪੂਰੇ ਨੈਸ਼ਨਲਿਜ਼ਮ ਦੀ ਸੈਂਟੀਮੈਂਟ ਸਟਾਰਟ ਹੋਈਆਂ ਨੇ। ਇਸ ਤਰੀਕੇ ਨਾਲ ਇਹ ਸੋਚ ਬੰਦ ਹੋਣੀ ਚਾਹੀਦੀ ਹੈ। ਅਸੀਂ ਇਹਨਾਂ ਦੋਵਾਂ ਦਾ ਪੁਤਲਾ ਸਾੜ ਕੇ ਜਿਹੜੇ ਹੋਰ ਸੋਚ ਹੈ ਇਹ ਨਾਲ ਜੁੜੀ ਹੋਈ ਕੱਟੜਪੰਥੀ ਸੋਚ ਨੂੰ ਅਸੀਂ ਢਾਹ ਲਾਉਣਾ ਚਾਹੁੰਦੇ ਵੀ ਤੁਸੀਂ ਇਸ ਤਰੀਕੇ ਨਾਲ ਨਾ ਕਰੋ। ਸਿੱਧੂ ਤਾਂ ਕਹਿ ਰਹੇ ਸੀ ਕਿ ਅਸੀਂ ਵਹਿਣ ਦੇ ਵਿੱਚ ਵਹਿ ਗਏ, ਜਿੰਨੀਆਂ ਰੂਹਾਂ ਸੀ ਵਹਿਣ ਦੇ ਵਿੱਚ ਵਹਿ ਗਈਆਂ, ਅਸੀਂ ਕੋਈ ਗਲਤ ਨਹੀਂ ਕੀਤਾ, ਕਿਸਾਨ ਜਥੇਬੰਦੀਆਂ ਨੇ ਸਟੈਂਡ ਨਹੀਂ ਲਿਆ, ਬਹੁਤ ਸਾਰੀਆਂ ਐਸੀਆਂ ਗੱਲਾਂ। ਉਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਲੇਕਿਨ ਵੀਡੀਓ 'ਚ ਸਾਰਾ ਕੁਝ ਕਲੀਅਰ ਦਿਖ ਰਿਹਾ ਸੀ। ਲਾਈਵ ਜਦੋਂ ਚੱਲ ਰਿਹਾ ਸੀ ਪ੍ਰੋਗਰਾਮ ਅਸੀਂ ਸਾਰਿਆਂ ਨੇ ਦੇਖਿਆ। ਇਸ ਕਰਕੇ ਇਹਨਾਂ ਨੇ ਜੋ ਵੀ ਕੀਤਾ ਉਹ ਬਹੁਤ ਹੀ ਗਲਤ ਸੀਗਾ। ਸਾਡੀਆਂ ਮਤਲਬ ਕਿ 1984 ਤੋਂ ਬਾਅਦ ਹੁਣ ਤੱਕ ਜਿਨ੍ਹਾਂ ਦੀ ਮਾਵਾਂ ਦੇ ਪੁੱਤ ਮਰ ਗਏ ਉਹ ਹੁਣ ਤੱਕ ਨਹੀਂ ਸੰਭਲੀਆਂ ਹੈਗੀਆਂ। ਇਹੋ ਜਿਹੇ ਕਾਰਜ ਕਰਨ ਨਾਲ ਉੱਥੇ ਕਿੰਨਾ ਨੁਕਸਾਨ ਹੋ ਜਾਣਾ ਸੀਗਾ। ਅਸਲੀ ਇਹ ਮਨਾ ਕਰਦੇ ਹਾਂ ਇਸਲਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਨਹੀਂ ਚੱਲਣਾ ਹੈਗਾ, ਤੁਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕਰਨਾ ਕਰ ਸਕਦੇ ਹੋ। ਦਿੱਲੀ ਪੁਲਿਸ ਦੇ ਵੱਲੋਂ ਸਹਾਰਨਪੁਰ ਹਾਈਵੇ ਤੋਂ ਕਿਸਾਨਾਂ ਦਾ ਧਰਨਾ ਹਟਾ ਦਿੱਤਾ ਗਿਆ। ਦੱਸ ਦਈਏ ਕਿ 19 ਸਤੰਬਰ ਤੋਂ ਕਿਸਾਨ ਦਿੱਲੀ ਦੇ ਸਹਾਰਨਪੁਰ ਹਾਈਵੇ ਤੇ ਆਪਣੇ ਹੱਕਾਂ ਦੀ ਲੜਾਈ ਲਈ ਧਰਨੇ ਤੇ ਬੈਠੇ ਸੀ, ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਬੁਰੀ ਤਰ੍ਹਾਂ ਉੱਥੋਂ ਖਦੇੜ ਦਿੱਤਾ ਗਿਆ। यूपी पुलिस ने एक होर हाईवे खाली करवाया है। सहारनपुर दिल्ली हाईवे तो धरना हटवाया गया। खेती कानून के विरोध के विच बागपत ते बड़ौत शहर च दिल्ली सहारनपुर हाईवे तो 19 दसंबर तो ही किसानों का धरना ਚੱਲਿਆ आ रहा सी, जिसनों देर रात जबरदस्ती उठवाया गया है। जानकारी के मुताबिक पुलिस ने धरने च सौ रहे किसानों नूं खदेड़ दिता ते टेंट नूं उखाड़ के समान भी उत्थों हटवा दिता। दसदी कि 19 दसंबर नूं इन्हां किसानां ने दिल्ली सहारनपुर हाईवे की एक साइड ते अणमिथे समय लई धरना शुरू कीता सी, जिन्हां दी अगुवाई देश खाप चौधरी सुरिंदर सिंह दे वल्लों कीती जा रही सी ते हुण पुलिस प्रशासन ने धरना खत्म कराने लई किसानां दे नाल गलबात दा दौर शुरू किया, पर किसान ने धरना समाप्त नहीं किया, जिसके बाद देर रात एक कार्रवाई इत्थे की गई। ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਅੱਜ ਇੱਕ ਰਾਈਡ ਬੂਮ ਨਾਮ ਦਾ ਐਪ ਲਾਂਚ ਕੀਤਾ ਗਿਆ। ਇਸ ਐਪ ਦੇ ਜ਼ਰੀਏ ਆਮ ਲੋਕਾਂ ਨੂੰ ਬੜੇ ਹੀ ਵਾਜਿਬ ਦਾਮ ਤੇ ਐਂਬੂਲੈਂਸ ਤੇ ਟੈਕਸੀ ਸੇਵਾਵਾਂ ਮਿਲ ਸਕਣਗੀਆਂ। ਦੇਖੋ ਫੈਸਿਲਿਟੀਆਂ ਪਬਲਿਕ ਵਾਸਤੇ ਜਿੰਨੀਆਂ ਵੀ ਹੋਣ ਉਨੀਆਂ ਘੱਟ ਹੁੰਦੀਆਂ ਨੇ, ਤੇ ਜਿਹੜੇ ਬੰਦੇ ਇਸ ਖੇਤਰ 'ਚ ਆ ਕੇ ਕੰਮ ਕਰਦੇ ਨੇ ਐਂਬੂਲੈਂਸ ਦਾ ਖਾਸ ਕਰਕੇ ਇੱਕ ਬਹੁਤ ਹੀ ਸੋਸ਼ਲ ਕਾਜ਼ ਹੈਗਾ, ਤੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਵੀ ਇਹਨਾਂ ਨੇ ਇਸ ਗੱਲ ਨੂੰ ਅਡਾਪਟ ਕੀਤਾ, ਚੂਜ਼ ਕੀਤਾ ਹੈ ਤੇ अच्छी लैंड हैगी है। राइड बूम तो उसका हम लॉन्च कर रहे हैं अभी पंजाब, लुधियाना, पटियाला, जलंधर में, और इसमें सबसे बड़ी जो एक अच्छी चीज़ है इट्स अ वुमेन एम्पावरमेंट। वुमेन्स ड्राइवर्स भी इसमें होंगे और इसमें एम्बुलेंस सर्विस भी है। तो अगर आपको किसी को एम्बुलेंस चाहिए यू डोंट हैव टू वेस्ट टाइम, आपको फ़ोन पे वेस्ट करने की जरूरत नहीं है टाइम। यू कैन जस्ट टैप ऑन ऐप और आप ऐप में देख सकते हो नियरेस्ट अवेलेबल एम्बुलेंस। तो ये है हमारी राइड बूम ऐप एंड इट्स गोइंग टू बी लॉन्च्ड
today in Punjab. ਤੇ ਇਹ ਸੀ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।